ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜਿਵੇਂ ਆਪਾਂ ਪਿਛਲੀ ਲੜੀ ਨੂੰ ਨਾਲ ਜੋੜੀਏ, ਇੱਕ ਪੌੜੀ ਹੋ ਗਈ ਸੀ ਆਪਣੀ। ਹੁਣ ਆਪਾਂ ਹੁਕਮੇ ਦੀ ਦੂਜੀ ਪੌੜੀ ਸਟਾਰਟ ਕਰਨੀ ਹੈ, ਜਿਹਦੇ ਵਿੱਚ ਗੁਰੂ ਮਹਾਰਾਜ ਹੁਕਮ ਬਾਰੇ ਸਾਨੂੰ ਸਮਝਾ ਰਹੇ ਨੇ, ਦੱਸ ਰਹੇ ਨੇ, ਤੇ ਵੀ ਜਿਹੜਾ ਹੁਕਮ ਪਰਮਾਤਮਾ ਦਾ ਉਹੀ ਹਰ ਜਗ੍ਹਾ ਵਰਤ ਰਿਹਾ ਹੈ। ਤੇ ਇੱਕ ਜਿਵੇਂ ਜੀ ਆਪਣੇ ਜ਼ਿੰਦਗੀ ਦੇ ਲਾਈਫ ਦੇ ਤਜਰਬੇ ਹੁੰਦੇ ਨੇ, ਆਪਾਂ ਉਹ ਵੀ ਇੱਕ ਦੂਜੇ ਨਾਲ ਸੰਗਤ ਰੂਪ ਸ਼ੇਅਰ ਕਰਦੇ ਹਾਂ, ਦੱਸਦੇ ਹਾਂ। ਤੇ ਜਿਵੇਂ ਇਹ ਮਤਲਬ ਕਿ ਵੀ ਆਪਾਂ ਜੇ ਕੋਈ ਬਾਣੀ ਪੜ੍ਹ ਰਿਹਾ ਹੈ, ਆਪਾਂ ਬਾਣੀ ਦਾ ਸੰਗ ਕਰਨਾ ਹੈ, ਨਾ ਕਿ ਬਾਣੀ ਪੜ੍ਹਨ ਵਾਲੇ ਦਾ। ਤੇ ਕਦੇ ਵੀ ਆਪਾਂ ਭੁੱਲ ਕੇ ਵੀ ਦੇਹ ਦਾ ਸੰਗ ਨਾ ਕਰੀਏ, ਸਿਰਫ ਸ਼ਬਦ ਗੁਰੂ ਦਾ ਸੰਗ ਕਰੀਏ। ਤੇ ਇਹ ਆਪਾਂ ਨੇ ਗਲਤੀ ਨਹੀਂ ਕਰਨੀ ਹੈਗੀ, ਕਿਸੇ ਨੇ ਵੀ ਮੇਰਾ ਸੰਗ ਨਹੀਂ ਕਰਨਾ ਹੈਗਾ ਵੀ ਇਹ ਆਵਾਜ਼ ਸਾਨੂੰ ਵਧੀਆ ਲੱਗ ਰਹੀ ਹੈ। ਆਵਾਜ਼ 'ਤੇ ਨਹੀਂ ਜਾਣਾ, ਸ਼ਬਦ 'ਤੇ ਜਾਣਾ। ਤੇ ਸੂਰਤ ਤਾਂ ਆਪਾਂ ਮਤਲਬ ਕਿ ਅੱਗੇ ਸ਼ਬਦ ਨੂੰ ਹੀ ਰੱਖਾਂਗੇ, ਸੂਰਤ ਹੋਰ ਕੋਈ ਨਹੀਂ ਰੱਖਾਂਗੇ। ਨਹੀਂ ਬੰਦਾ ਸੂਰਤ 'ਤੇ ਵੀ ਚਲਿਆ ਜਾਂਦਾ, ਉਹਦੇ ਨਾਲ ਵੀ ਅਟੈਚ ਹੋ ਜਾਂਦਾ। ਤੇ ਆਪਾਂ ਬੋਲ 'ਤੇ ਵੀ ਅਟੈਚ ਨਹੀਂ ਹੋਣਾ ਹੈਗਾ, ਉਹ ਵੀ ਮਤਲਬ ਕਿ ਜਿਹੜਾ ਸ਼ਬਦ ਹੈ ਇਹਦੇ ਨਾਲ ਹੀ ਆਪਾਂ ਨੇ ਅੱਗੇ ਚੱਲਣਾ ਅਤੇ ਇਹਨੂੰ ਹੀ ਨਾਲ ਲੈ ਕੇ ਚੱਲਣਾ ਅਤੇ ਇਹਦਾ ਹੀ ਆਪਾਂ ਨੇ ਸੰਗ ਕਰਨਾ। ਜਦੋਂ ਜੀ ਮਤਲਬ ਕਿ ਹੋ ਗਈ ਅੱਜ ਤੋਂ ਲਾ ਲਓ 10 ਸਾਲ ਪਹਿਲਾਂ ਦੀ ਗੱਲ ਹੈ ਜੀ। ਮਸਕੀਨ ਜੀ ਦਾ ਆਪਣਾ ਕਥਾ ਵਿਚਾਰ ਆਉਂਦੀ ਹੁੰਦੀ ਸੀ ਅਤੇ ਉਹ ਬਹੁਤ ਵਧੀਆ ਲੱਗਦੀ ਸੀ ਸੁਣਨ ਨੂੰ, ਅਤੇ ਮੈਂ ਵੀ ਸੁਣਦੀ ਹੁੰਦੀ ਸੀ। ਅਤੇ ਜਦੋਂ ਮੈਂ ਉਹ ਸੁਣਦੀ ਸੀ ਤਾਂ ਇੱਕ ਵਾਰ ਮਸਕੀਨ ਜੀ ਕਥਾ ਕਰਦੇ ਕਰਦੇ ਮਤਲਬ ਕਿ ਵੀ ਆਪਣਾ ਲਾਈਫ ਦਾ ਜਿਵੇਂ ਆਪਾਂ ਤਜਰਬਾ ਸ਼ੇਅਰ ਕਰਦੇ ਹਾਂ, ਉਹ ਦੱਸ ਰਹੇ ਸੀਗੇ। ਉਹ ਕਹਿੰਦੇ ਵੀ ਮਤਲਬ ਕਿ ਵੀ ਇਸ ਤਰ੍ਹਾਂ ਹੀ ਕੋਈ ਜਿਵੇਂ ਆਪਾਂ ਲਾਈਵ ਸੰਗਤ ਕਰਦੇ ਹਾਂ ਅਤੇ ਉਹ ਮਤਲਬ ਕਿ ਵੀ TV ਦੇ ਵਿੱਚ ਜਿਵੇਂ ਆਪਾਂ ਸੁਣਦੇ ਸੀਗੇ ਹੈ ਨਾ। 10 ਸਾਲ ਪਹਿਲਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਉਹਨਾਂ ਨੂੰ TV ਦੇ ਉੱਪਰ ਸੁਣ ਰਹੀ ਸੀਗੀ ਅਤੇ ਉਹਨਾਂ ਨੇ ਜਿਵੇਂ ਦੱਸਿਆ, ਕਹਿੰਦੇ ਵੀ ਕੋਈ ਮਤਲਬ ਕਿ ਬਹੁਤ ਦੁਨੀਆ ਉਹਨਾਂ ਨੂੰ ਬਹੁਤ ਪਸੰਦ ਕਰਦੀ ਸੀ ਅਤੇ ਬਹੁਤ ਸੁਣਦੀ ਸੀ, ਕਿਉਂਕਿ ਉਹਨਾਂ ਨੂੰ ਬਾਣੀ ਸਾਰੀ ਕੰਠ ਸੀ ਅਤੇ ਜਿਹੜੀ ਉਹ ਗੱਲ ਕਰਦੇ ਸੀਗੇ ਬਹੁਤ ਡੀਪਲੀ ਕਰਦੇ ਸੀ, ਬਹੁਤ ਵਧੀਆ ਲੱਗਦਾ ਸੀ ਜਿਹੜੀ ਉਹਨਾਂ ਨੂੰ ਸੁਣਨਾ। ਅਤੇ ਇੱਕ ਭਾਈ ਸਾਹਿਬ ਮਤਲਬ ਕਿ ਵੀ ਸ਼ਬਦ ਗੁਰੂ ਦਾ ਉਹਨਾਂ ਨੇ ਸੰਗ ਨਾ ਕਰਕੇ ਮਸਕੀਨ ਜੀ ਦਾ ਸੰਗ ਕਰਨ ਲੱਗ ਗਏ ਉਹ। ਅਤੇ ਆਪਾਂ ਨੇ ਜਾਣੀ ਇਹ ਗਲਤੀ ਨਹੀਂ ਕਰਨੀ ਹੈਗੀ ਜੀ, ਆਪਾਂ ਨੇ ਸ਼ਬਦ ਗੁਰੂ ਦਾ ਹੀ ਸੰਗ ਕਰਨਾ ਹੈ। ਮਸਕੀਨ ਜੀ ਆਪਣੇ ਮੂੰਹ ਨਾਲ ਇਹ ਗੱਲ ਦੱਸ ਰਹੇ ਸੀ, ਕਹਿੰਦੇ ਵੀ ਉਹਨੇ ਮੇਰੀ ਸੰਗਤ ਕੀਤੀ ਅਤੇ ਉਸ ਭਾਈ ਦਾ ਮਤਲਬ ਕਿ ਐਕਸੀਡੈਂਟ ਹੋ ਗਿਆ। ਜਦੋਂ ਐਕਸੀਡੈਂਟ ਹੋ ਗਿਆ ਤਾਂ ਉਹਦੀ ਰੂਹ ਆਪਣੀ ਪਤਨੀ ਕੋਲੇ ਗਈ ਤਾਂ ਕਹਿਣ ਲੱਗੀ, ਉਹ ਰੂਹ ਕਹਿਣ ਲੱਗੀ ਜਿਹਦਾ ਐਕਸੀਡੈਂਟ ਹੋਇਆ ਸੀ, ਕਹਿੰਦੇ ਵੀ ਅਸੀਂ ਮਸਕੀਨ ਜੀ ਦੀ ਸੰਗਤ ਕਰਦੇ ਸੀ, ਹੁਣ ਵੀ ਅਸੀਂ ਮਸਕੀਨ ਜੀ ਦੇ ਕੋਲੇ ਜਾਣਾ। ਅਤੇ ਉਹ ਆਪਣੀ ਧਰਮ ਪਤਨੀ ਨੂੰ ਇਹ ਗੱਲ ਬਾਰ-ਬਾਰ ਜਣੀ ਰੂਹ ਰੂਪ ਕਹਿ ਰਿਹਾ ਸੀ ਅਤੇ ਉਹ ਮਸਕੀਨ ਜੀ ਕੋਲੇ ਗਈ ਤਾਂ ਮਤਲਬ ਕਿ ਵੀ ਮਸਕੀਨ ਜੀ ਦੀ ਜਿਵੇਂ ਲਾ ਲਓ ਵੀ ਦ੍ਰਿਸ਼ਟੀ ਵਧੀਆ ਸੀ ਹੈ ਨਾ, ਵੀ ਮਤਲਬ ਕਿ ਉਹ ਰੂਹਾਂ ਨੂੰ ਵੀ ਦੇਖ ਲੈਂਦੀ ਸੀ। ਅਤੇ ਉਹਨਾਂ ਨੇ ਉਸ ਰੂਹ ਨੂੰ ਦੇਖਿਆ ਅਤੇ ਉਸ ਰੂਹ ਨੇ ਆ ਕੇ ਉੱਥੇ ਮਸਕੀਨ ਜੀ ਨੂੰ ਕਿਹਾ ਵੀ ਮੈਂ ਤੁਹਾਡੀ ਸੰਗਤ ਕਰਦਾ ਸੀ ਅਤੇ ਮੈਂ ਹੁਣ ਵੀ ਤੁਹਾਡੀ ਸੰਗਤ ਕਰਨੀ ਹੈ। ਅਤੇ ਮਸਕੀਨ ਜੀ ਨੇ ਮੱਥੇ ਨੂੰ ਹੱਥ ਲਾ ਕੇ ਉਹ ਹੋ ਕਿਹਾ, ਕਹਿੰਦੇ ਵੀ ਤੁਸੀਂ ਨੇ ਸ਼ਬਦ ਗੁਰੂ ਦੀ ਸੰਗਤ ਕਿਉਂ ਨਹੀਂ ਕੀਤੀ, ਤੁਸੀਂ ਗੁਰੂ ਸਾਹਿਬ ਕੋਲ ਖੜਨਾ ਸੀ, ਗੁਰੂ ਸਾਹਿਬ ਦਾ ਸੰਗ ਕਰਨਾ ਸੀ, ਗੁਰੂ ਸਾਹਿਬ ਨੇ ਤੁਹਾਡੇ ਨਾਲ ਹੋਣਾ ਸੀ ਅਤੇ ਤੁਸੀਂ ਆ ਕੇ ਮੇਰੇ ਕੋਲ ਖੜ੍ਹ ਗਏ। ਜਿਹੜੀ ਉਹ ਗੱਲ ਮੈਨੂੰ ਹੁਣ ਵੀ ਭੁੱਲਦੀ ਨਹੀਂ ਹੈਗੀ, 10 ਸਾਲ ਪੁਰਾਣੀ ਯਾਦ ਰਹਿੰਦੀ ਹੈ ਵੀ ਆਪਾਂ ਨੇ ਕਿਸੇ ਦੇਹ ਦਾ ਸੰਗ ਨਹੀਂ ਕਰਨਾ, ਆਪਾਂ ਨੇ ਸਿਰਫ ਨਿਰੋਲ ਗੁਰਬਾਣੀ ਦਾ ਗੁਰੂ ਦਾ ਸੰਗ ਕਰਨਾ ਹੈ। ਸੰਗਤ ਜੀ, ਹੁਣ ਆਪਾਂ ਆਪਣੀ ਜਿਹੜੀ ਵਿਚਾਰ ਹੈ ਉਹ ਸ਼ੁਰੂ ਕਰ ਰਹੇ ਹਾਂ। ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ। ਅਤੇ ਹੁਕਮੀ ਹੋਵਨ ਆਕਾਰ, ਪਰਮਾਤਮਾ ਦੇ ਹੁਕਮ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਆਕਾਰ ਸਾਡੇ ਸਰੀਰ ਬਣਦੇ ਨੇ, ਹੁਕਮ ਨ ਕਹਿਆ ਜਾਈ, ਉਹਨਾਂ ਦਾ ਇਹ ਹੁਕਮ ਬਿਆਨ ਨਹੀਂ ਕੀਤਾ ਜਾ ਸਕਦਾ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਅਤੇ ਜਿਹੜੇ ਜੀ ਜਿੰਦ ਜਾਨ ਜੀਵ ਜੰਤੂ ਸਾਰੇ ਪੈਦਾ ਹੁੰਦੇ ਨੇ ਉਹ ਵੀ ਉਹਦੇ ਹੁਕਮ ਦੇ ਵਿੱਚ ਹੀ ਹੁੰਦੇ ਨੇ। ਗੁਰੂ ਸਾਹਿਬ ਕਹਿੰਦੇ ਹੁਕਮ ਮਿਲੈ ਵਡਿਆਈ, ਅਤੇ ਵਡਿਆਈਆਂ ਵੀ ਉਹਦੇ ਹੁਕਮ ਦੇ ਵਿੱਚ ਹੀ ਸਾਨੂੰ ਮਿਲਦੀਆਂ ਨੇ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ। ਉਹਦੇ ਹੁਕਮ ਦੇ ਵਿੱਚ ਅਸੀਂ ਚੰਗੇ ਹਾਂ ਮੰਦੇ ਹਾਂ। ਹੁਕਮ ਲਿਖ, ਅਤੇ ਜਿਹੜਾ ਉਹਦਾ ਹੁਕਮ ਲਿਖਿਆ
ਦੁੱਖ ਸੁੱਖ ਪਾਈਐ, ਉਹਦੇ ਅਨੁਸਾਰ ਹੀ ਅਸੀਂ ਦੁੱਖ ਤੇ ਸੁੱਖ ਜਿਹੜੇ ਸਾਡੇ ਕਰਮਾਂ ਦੇ ਭੋਗਦੇ ਹਾਂ ਸਾਨੂੰ ਮਿਲਦੇ ਨੇ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈਐ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈਐ। ਇੱਕ ਨਾ ਤੇ ਉਹ ਆਪਣੀ ਬਖਸ਼ਿਸ਼ ਰਹਿਮਤ ਕਰਦੇ ਨੇ ਗੁਰੂ ਮਹਾਰਾਜ ਕਹਿੰਦੇ ਵੀ ਪ੍ਰਮਾਤਮਾ, ਤੇ ਇੱਕ ਹੁਕਮੀ ਸਦਾ ਭਵਾਈਐ, ਜਿਹੜੇ ਸਦਾ ਭਵਾਏ ਰਹਿੰਦੇ ਨੇ, ਭਟਕੇ ਰਹਿੰਦੇ ਨੇ, ਉਹ ਵੀ ਉਹਦੇ ਹੁਕਮ ਦੇ ਵਿੱਚ ਹੀ ਨੇ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈਐ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਸਾਰੇ ਉਹਦੇ ਹੁਕਮ ਦੇ ਅੰਦਰ ਨੇ, ਉਹਦੇ ਹੁਕਮ ਤੇ ਬਾਹਰ ਤੋਂ ਕੋਈ ਵੀ ਨਹੀਂ। ਜਿਵੇਂ ਆਪਾਂ ਕਹਿੰਦੇ ਆ ਵੀ ਪਰਮਾਤਮਾ ਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿੱਲ ਸਕਦਾ, ਇਸੇ ਤਰ੍ਹਾਂ ਉਹਦੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ ਹੈਗਾ। ਨਾਨਕ ਹੁਕਮੈ ਜੇ ਬੂਝੈ, ਤਾਂ ਹਉਮੈ ਕਹੈ ਨਾ ਕੋਈ। ਨਾਨਕ ਜੀ ਕਹਿੰਦੇ ਜੇ ਪਰਮਾਤਮਾ ਦੇ ਹੁਕਮ ਨੂੰ ਬੁੱਝਿਆ ਜਾਵੇ, ਸਮਝਿਆ ਜਾਵੇ, ਫਿਰ ਤਾਂ ਕੋਈ ਹਉਮੈ ਹੀ ਨਾ ਕਰੇ। ਨਾਨਕ ਹੁਕਮੈ ਜੇ ਬੂਝੈ, ਤਾਂ ਹਉਮੈ ਕਹੈ ਨਾ ਕੋਈ। ਜੇ ਪਰਮਾਤਮਾ ਦੇ ਹੁਕਮ ਨੂੰ ਬੁੱਝਿਆ ਜਾਵੇ, ਸਮਝਿਆ ਜਾਵੇ, ਤਾਂ ਕੋਈ ਹਉਮੈ ਨਾ ਕਹੇ ਨਾ ਕਰੇ। ਇਹ ਆਪਾਂ 2 ਪੌੜੀਆਂ ਹੋ ਗਈਆਂ ਜੀ। ਹੁਣ ਆਪਾਂ ਗਾਵੇ ਦੀ ਪੌੜੀ ਤੇ ਆ ਗਏ। ਗਾਵੈ ਕੋ ਤਾਣ, ਹੋਵੈ ਕਿਸੈ ਤਾਣ। ਕਹਿੰਦੇ ਜੀ ਗਾਵੈ ਕੋ ਤਾਣ, ਉਹਨੂੰ ਗਾਉਣ ਦਾ ਕਿਸੇ 'ਚ ਤਾਣ, ਬਲ, ਤਾਕਤ ਹੋਵੈ ਕਿਸੈ ਤਾਣ, ਤਾਂ ਕੋਈ ਉਹਨੂੰ ਮਤਲਬ ਕਿ ਵੀ ਉਹਦੀ ਜਿਹੜੀ ਉਹਨੂੰ ਗਾ ਸਕਦਾ ਹੈ। ਗਾਵੈ ਕੋ ਤਾਣ, ਕਿਸੇ 'ਚ ਉਹਨੂੰ ਗਾਉਣ ਦਾ ਤਾਣ, ਬਲ, ਤਾਕਤ ਹੋਵੈ ਕਿਸੈ ਤਾਣ। ਜੇ ਇਹ ਸਮਰੱਥਾ ਕਿਸੇ 'ਚ ਹੋਵੇ ਤਾਂ ਉਹਨੂੰ ਕੋਈ ਗਾ ਸਕਦਾ ਹੈ। ਗਾਵੈ ਕੋ ਦਾਤ, ਜਾਣੈ ਨਿਸ਼ਾਨ। ਗਾ ਉਹਨੂੰ ਹਰੇਕ ਕੋਈ ਰਿਹਾ, ਪਰ ਜਿਵੇਂ ਆਪਾਂ ਕਹਿੰਦੇ ਹਾਂ ਵੀ ਪਰਮਾਤਮਾ ਦਾ ਕੋਈ ਸਿਰਾ ਨਹੀਂ ਹੈਗਾ, ਆਦ ਅੰਤ ਕੋਈ ਲੱਭ ਨਹੀਂ ਸਕਿਆ, ਪਾ ਨਹੀਂ ਸਕਿਆ, ਪਰ ਉਹਨੂੰ ਫਿਰ ਵੀ ਅਸੀਂ ਜਿਵੇਂ ਉਹਨੇ ਸਾਨੂੰ ਜਿੱਥੇ ਜਿੱਥੇ ਲਾਇਆ ਉੱਥੇ ਉੱਥੇ ਲੱਗੇ ਹਾਂ, ਉਸ ਤਰ੍ਹਾਂ ਉਹਨੂੰ ਅਸੀਂ ਗਾ ਰਹੇ ਹਾਂ। ਗਾਵੈ ਕੋ ਦਾਤ, ਜਾਣੈ ਨਿਸ਼ਾਨ। ਗਾਵੈ ਕੋ, ਕੋਈ ਉਹਨੂੰ ਗਾ ਰਿਹਾ, ਦਾਤ ਜਾਣੈ ਨਿਸ਼ਾਨ। ਉਹਦੀਆਂ ਦਾਤਾਂ ਨੂੰ, ਉਹਦੀਆਂ ਜਿਹੜੀਆਂ ਨਿਸ਼ਾਨ ਬਖਸ਼ਿਸ਼ਾਂ ਨੂੰ ਜਾਣ ਕੇ, ਸਮਝ ਕੇ ਉਹਨੂੰ ਗਾ ਰਿਹਾ ਹੈ। ਗਾਵੈ ਕੋ ਗੁਣ ਵਡਿਆਈਆਂ ਚਾਰ, ਕੋਈ ਉਹਨੂੰ ਗਾ ਰਿਹਾ ਉਹਦੇ ਸੋਹਣੀਆਂ ਵਡਿਆਈਆਂ ਦੇ ਨਾਲ। ਗਾਵੈ ਕੋ ਵਿਦਿਆ ਵਿਖਮ ਵਿਚਾਰ। ਗਾਵੈ ਕੋ, ਕੋਈ ਉਹਨੂੰ ਗਾ ਰਿਹਾ ਵਿਦਿਆ ਦੇ ਨਾਲ, ਵਿਖਮ ਔਖੇ ਔਖੇ ਗਿਆਨ ਦੇ ਨਾਲ। ਜਿਵੇਂ ਵੇਦ ਸ਼ਾਸਤਰ ਵਿਚਾਰ ਨੇ, ਇਹ ਬਹੁਤ ਔਖੇ ਨੇ, ਇਹਨਾਂ ਦੇ ਨਾਲ ਉਹਨੂੰ ਕੋਈ ਗਾ ਰਿਹਾ ਹੈ ਪਰਮਾਤਮਾ ਨੂੰ। ਗਾਵੈ ਕੋ ਸਾਜ ਕਰੇ ਤਨ ਖੇ, ਕੋਈ ਉਹਨੂੰ ਗਾ ਰਿਹਾ ਹੈ ਵੀ ਉਹ ਸਾਜ ਦਿੰਦਾ ਇਸ ਤਨ ਨੂੰ, ਫਿਰ ਖੇ ਕਰ ਦਿੰਦਾ। ਗਾਵੈ ਕੋ ਜੀ ਲੈ ਫਿਰਦੇ, ਉਹ ਜਿੰਦ ਲੈ ਲੈਂਦਾ ਫਿਰ ਦੇ ਦਿੰਦਾ। ਜਿਵੇਂ ਪੁਰਾਣੇ ਮਤਲਬ ਕਿ ਵੀ ਬਜ਼ੁਰਗਾਂ ਦਾ ਮੰਨਣਾ ਹੈ ਵੀ ਕੋਈ ਬਜ਼ੁਰਗ ਦੀ ਘਰ 'ਚ ਡੈਥ ਹੋਈ ਹੁੰਦੀ ਹੈ, ਕਿਸੇ ਦਾਦੇ ਪੜਦਾਦੇ ਦੀ, ਫਿਰ ਉਹਦੇ ਘਰ ਦੇ ਵਿੱਚ ਕੋਈ ਪੋਤਾ ਪੜਪੋਤੇ ਦਾ ਜਨਮ ਹੁੰਦਾ, ਕਹਿੰਦੇ ਵੀ ਉਹਦਾ ਹੀ ਜਨਮ ਹੋ ਗਿਆ, ਉਹੀ ਦੁਬਾਰਾ ਫਿਰ ਸਾਡੇ ਘਰ ਦੇ ਵਿੱਚ ਆ ਗਿਆ। ਇਸ ਤਰ੍ਹਾਂ ਕੋਈ ਉਹਦੇ ਸ਼ੁਕਰਾਨੇ ਕਰ ਰਿਹਾ, ਉਹਨੂੰ ਗਾ ਰਿਹਾ। ਗਾਵੈ ਕੋ ਜਾਪੈ ਦਿਸੈ ਦੂਰ, ਕਈਆਂ ਨੂੰ ਉਹ ਬਹੁਤ ਦੂਰ ਜਾਪਦਾ। ਕਈ ਵਾਰ ਆਪਾਂ ਆਕਾਸ਼ ਵੱਲ ਨੂੰ ਗਰਦਨ ਚੱਕਦੇ ਹਾਂ, ਮੂੰਹ ਕਰਦੇ ਹਾਂ, ਅਤੇ ਉਹਨੂੰ ਕਹਿੰਦੇ ਹਾਂ ਵੀ ਹੇ ਪਰਮਾਤਮਾ ਤੇਰਾ ਸ਼ੁਕਰ ਹੈ। ਇਸ ਤਰ੍ਹਾਂ ਉਹਨੂੰ ਦੂਰ ਵੀ ਜਾਣਦੇ ਹਾਂ ਅਤੇ ਉਹਨੂੰ ਗਾ ਵੀ ਰਹੇ ਹਾਂ। ਗਾਵੈ ਕੋ ਵੇਖੈ ਹਾਦਰਾ ਹਦੂਰ, ਕੋਈ ਉਹਨੂੰ ਬਿਲਕੁਲ ਹਾਜ਼ਰ ਨਾਜ਼ਰ ਜਾਣ ਰਿਹਾ, ਉਸ ਤਰ੍ਹਾਂ ਉਹਨੂੰ ਗਾ ਰਿਹਾ। ਕਥਨਾ ਕਥੀ ਨਾ ਆਵੈ ਤੋਟ, ਕਥਨ ਵਾਲੇ ਬਿਆਨ ਕਰਨ ਵਾਲਿਆਂ ਦਾ ਕੋਈ ਤੋਟ ਨਹੀਂ ਆਉਂਦੀ। ਕਥ ਕਥ ਕਥੀ ਕੋਟੀ ਕੋਟ ਕੋਟ, ਅਤੇ ਕਥ ਰਹੇ ਨੇ, ਕਥੀ ਕਥਨ ਕਰ ਰਹੇ ਨੇ, ਕੋਟੀ ਕੋਟ ਕੋਟ ਕਰੋੜਾਂ ਹੀ। ਦਿੰਦਾ ਦੇ ਲੈਂਦੇ ਥੱਕ ਪਾਹੇ, ਉਹ ਦਈ ਜਾ ਰਿਹਾ, ਅਸੀਂ ਲੈਂਦੇ ਥੱਕ ਜਾਂਦੇ ਹਾਂ। ਜੁਗਾ ਜੁਗੰਤਰ ਖਾਹੀ ਖਾਹੇ, ਜੁਗਾਂ ਤੋਂ ਅਸੀਂ ਉਸ ਪਰਮਾਤਮਾ ਦਾ ਦਿੱਤਾ ਹੀ ਖਾਂਦੇ ਆ ਰਹੇ ਹਾਂ। ਹੁਕਮੀ ਹੁਕਮ ਚਲਾਏ ਰਾਹੋ, ਉਹਨੇ ਆਪਣੇ ਹੁਕਮ ਦੇ ਵਿੱਚ ਹਰੇਕ ਨੂੰ ਰਾਹ 'ਤੇ ਚਲਾਇਆ ਹੋਇਆ। ਨਾਨਕ ਵਿਕਸੈ ਵੇ ਪਰਵਾਹੋ, ਨਾਨਕ ਜੀ ਕਹਿੰਦੇ ਉਹ ਵੇ ਪਰਵਾਹ ਅਤੇ ਖੁਸ਼ੀ ਖੇੜੇ ਦੇ ਵਿੱਚ ਰਹਿੰਦਾ।
ਵਾਹਿਗੁਰੂ ਜੀ ਸਾਰਾ ਇਹ ਸਾਨੂੰ ਗੁਰੂ ਜੀ ਉਪਦੇਸ਼ ਦੇ ਰਹੇ ਨੇ, ਪਰਮਾਤਮਾ ਦੇ ਗੁਣ ਦੱਸ ਰਹੇ ਨੇ, ਵਡਿਆਈਆਂ ਦੱਸ ਰਹੇ ਨੇ, ਤੇ ਇਹ ਦੱਸ ਰਹੇ ਨੇ ਵੀ ਪਰਮਾਤਮਾ ਕਿੰਨੇ ਸਮਰੱਥ ਨੇ, ਕਿੰਨੇ ਗੁਣਵਾਨ ਨੇ, ਤੇ ਉਹ ਸਾਡਾ ਕੀ ਨਹੀਂ ਕਰ ਸਕਦੇ। ਮਤਲਬ ਕਿ ਉਹਨਾਂ ਦੇ ਗੁਣ ਦੱਸ ਕੇ ਸਾਡੇ 'ਚ ਕੀ ਹੁੰਦਾ ਹੈ ਜੀ, ਅਸੀਂ ਮਤਲਬ ਕਿ ਵੀ ਗੁਣ 'ਤੇ ਅਟਰੈਕਟ ਹੁੰਦੇ ਹਾਂ, ਸਾਡੇ 'ਚ ਇੱਕ ਅਟਰੈਕਸ਼ਨ ਹੈਗੀ ਹੈ ਜਿਹੜੀ ਗੁਣ 'ਤੇ ਜਾਂਦੀ ਹੈ। ਇਸੇ ਤਰ੍ਹਾਂ ਫਿਰ ਗੁਰੂ ਸਾਹਿਬ ਪਰਮਾਤਮਾ ਦੇ ਇਹ ਗੁਣਾਤਮਕ ਜਿਹੜੇ ਗੁਣ ਨੇ ਉਹ ਬਿਆਨ ਕਰ ਰਹੇ ਨੇ, ਤੇ ਸਾਨੂੰ ਉਹਨਾਂ ਨਾਲ ਜਿਹੜੀ ਪਿਆਰ ਪਾ ਰਹੇ ਨੇ, ਸਾਂਝ ਪਾ ਰਹੇ ਨੇ। ਵਾਹਿਗੁਰੂ ਜੀ ਜਦੋਂ ਸੰਗਤ ਜੀ ਅਸੀਂ ਕਿਸੇ ਦੇ ਘਰ ਜਾਂਦੇ ਹਾਂ ਤਾਂ ਫਿਰ ਉਹਦੇ ਘਰ ਜਾਣ ਦੇ ਨਾਲ ਸਾਡਾ ਉਸ ਫੈਮਿਲੀ ਦੇ ਨਾਲ, ਉਸ ਮੈਂਬਰ ਦੇ ਨਾਲ ਜਿਹਦੇ ਕਰਕੇ ਅਸੀਂ ਜਾਂਦੇ ਹਾਂ, ਪਿਆਰ ਪਿਆ ਹੁੰਦਾ ਹੈ, ਤੇ ਫਿਰ ਉੱਥੇ ਇੱਕ ਸਾਂਝ ਬਣ ਜਾਂਦੀ ਹੈ। ਉਹ ਬੰਦਾ ਆਪਣੀਆਂ ਜਿਹੜੀਆਂ ਅੰਦਰ ਦੀਆਂ ਗੱਲਾਂ ਹੁੰਦੀਆਂ ਨੇ ਉਹ ਸਾਨੂੰ ਦੱਸਣ ਲੱਗ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਨਾਲ ਅਸੀਂ ਪਿਆਰ ਪਾਈਏ, ਸਾਂਝ ਬਣਾਈਏ, ਤੇ ਗੁਰੂ ਸਾਹਿਬ ਨੇ ਸਾਨੂੰ ਫਿਰ ਉਹ ਗੁੱਝੇ ਰਾਜ ਜਿਨ੍ਹਾਂ ਨਾਲ ਅਸੀਂ ਉਸ ਨਾਮ ਤੱਕ ਪਹੁੰਚ ਸਕਦੇ ਹਾਂ, ਜਿਨ੍ਹਾਂ ਨਾਲ ਸਾਡਾ ਜਿਹੜਾ ਮਿਲਾਪ ਹੈ ਪਰਮਾਤਮਾ ਨਾਲ ਹੋ ਸਕਦਾ ਹੈ, ਸਿਰਫ ਗੁਰੂ ਦੇ ਦੁਆਰਾ। ਅਸੀਂ ਇਸ ਗੁਰੂ ਤੋਂ ਬਲਿਹਾਰੇ ਜਾਈਏ, ਸਦਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।